चिट्ठियां वंडण तो लैके जी ਤੇ ਵਕੀਲ ਦੇ ਮੁਨਸੀ ਕਚਹਿਰੀਆਂ ਦੇ ਵਿੱਚ ਹੀ ਮੈਂ ਕੰਮ ਕੀਤੇ, ਡਾਕਖਾਨੇ 'ਚ ਚਿੱਠੀਆਂ ਵੀ ਵੰਡੀਆਂ ਕੀ ਬਾਤ ਹੈ। ਤੇ ਨਾਲੋਂ ਨਾਲ ਪੜ੍ਹਦੇ ਵੀ ਰਹੇ। ਇਹ ਵੀ ਜਿਵੇਂ ਬੱਚੇ ਮੈਂ ਨਾਂ ਨਹੀਂ ਲੈ ਸਕਦਾ, ਕੋਟਾ ਜਾਂਦੇ ਨੇ ਜਾਂ ਚੰਡੀਗੜ੍ਹ ਜਾਂਦੇ ਨੇ ਜਾਂ ਬੰਗਲੌਰ ਜਾਂਦੇ ਨੇ ਜਾਂ ਦਿੱਲੀ ਜਾਂਦੇ ਨੇ, ਲੱਖਾਂ ਰੁਪਇਆ ਖਰਚਦੇ ਨੇ। ਪਰ ਸਾਡੇ ਸ਼ਹਿਰ ਦੇ ਜੋ ਇੰਟੈਲੀਜੈਂਟ ਬੱਚੀਆਂ ਖਾਸ ਕਰਕੇ ਜਿਵੇਂ ਸ਼ਹਿਰਾਂ 'ਚ ਹੈ ਨਾ, ਬੱਚਿਆਂ ਨੂੰ ਬਾਹਰ ਭੇਜਣਾ ਥੋੜਾ ਜਿਹਾ ਅਵੋਇਡ ਕਰਦੇ ਨੇ। ਤੇ ਇਸ ਲਈ ਮੇਰਾ ਇੱਕ ਤਾਂ ਇਹ ਸੁਪਨਾ ਹੈ ਵੀ ਮੈਨੂੰ ਅੱਛੇ ਟੀਚਰ ਜੋ ਰਿਟਾਇਰ ਹੋ ਗਏ ਸਾਇੰਸ ਦੇ ਵਿੱਚੋਂ, ਤਾਂ ਉਹਨਾਂ ਬੱਚਿਆਂ ਨੂੰ ਬਾਹਰ ਨਾ ਭੇਜਿਆ ਜਾਵੇ, ਘੱਟ ਖਰਚੇ ਤੇ ਇੱਥੇ ਹੀ ਉਹਨਾਂ ਨੂੰ ਪੜ੍ਹਾਇਆ ਜਾਵੇ। ਇੱਕ ਤਾਂ ਮੇਰਾ ਇਹ ਸੁਪਨਾ ਹੈ ਜੀ। ਦੂਸਰਾ ਮੈਂ ਸੋਚਦਾ ਵੀ ਪੰਜਾਬ ਦੇ ਬੱਚਿਆਂ ਨੂੰ ਮੈਂ ਸਪੇਸ ਸਾਇੰਟਿਸਟ ਬਣਾਵਾਂ ਜੀ। ਇਹ ਸੁਪਨੇ ਨੇ ਤੇ ਉਹਦੇ ਤੇ ਮੈਂ ਹੁਣ ਵੀ ਐਜ ਏ ਸਪੇਸ ਸਾਇੰਟਿਸਟ ਕੰਮ ਕਰ ਰਿਹਾ ਤੇ ਉਹਦੇ ਤੇ ਰਿਕੋਗਨੀਸ਼ਨ ਵੀ ਬਣੀ ਹੈ। ਵੈਲਕਮ ਟੂ ਨੌਲੇਜ ਟੂਡੇ ਵਾਂਸ ਅਗੇਨ। ਅੱਜ ਫੇਰ ਇੱਕ ਨਵੀਂ ਕਹਾਣੀ, ਇੱਕ ਨਵੀਂ ਪਰਸਨੈਲਿਟੀ। ਜਿਸ ਤਰ੍ਹਾਂ ਸਾਡੀ ਕਮਿਟਮੈਂਟ ਹੈ ਕਿ ਵਧੀਆ ਤੋਂ ਵਧੀਆ ਇਨਫੋਰਮੇਸ਼ਨ ਲੈ ਕੇ ਆਵਾਂਗੇ, ਵਧੀਆ ਤੋਂ ਵਧੀਆ ਪਰਸਨੈਲਿਟੀਜ਼ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ। ਅੱਜ ਉਸੇ ਕੜੀ ਦੇ ਵਿੱਚ ਅੱਜ ਦੀ ਜੋ ਮੁਲਾਕਾਤ ਹੈ ਤੁਹਾਡੀ ਕਰਵਾ ਰਹੇ ਹਾਂ ਪ੍ਰੇਮ ਸਿੰਘ ਜੀ ਨਾਲ। ਪ੍ਰੇਮ ਸਿੰਘ ਜੀ ਮੈਨ ਆਫ ਸਾਇੰਸ ਕਹਿ ਦਵਾਂ ਤਾਂ ਗਲਤ ਨਹੀਂ ਹੋਊਗਾ। ਸਾਇੰਸ ਦੇ ਵਿੱਚ ਫਿਜ਼ਿਕਸ ਸਬਜੈਕਟ ਇਹਨਾਂ ਦਾ ਔਰ ਖੁਦ ਲੈਕਚਰਰ ਹੈ ਔਰ ਬਹੁਤ ਐਕਸਪੈਰੀਮੈਂਟਸ ਕੀਤੇ ਨੇ। ਔਰ ਇਹਨਾਂ ਦੀ ਜੋ ਖੂਬੀ ਹੈ ਉਹ ਇਹ ਹੈ ਕਿ ਸਾਇੰਸ ਨੂੰ ਬਾਈ ਚਾਂਸ ਨਹੀਂ ਲੱਤਾ, ਸਾਇੰਸ ਨੂੰ ਬਾਈ ਚੁਆਇਸ ਲੱਤਾ ਔਰ ਉਸ ਤੋਂ ਬਾਅਦ ਸਾਇੰਸ ਦੇ ਉੱਪਰ ਕੰਮ ਕਰ ਰਹੇ ਨੇ। ਨੈਸ਼ਨਲ ਅਵਾਰਡੀ ਔਰ ਸਟੇਟ ਅਵਾਰਡੀ ਮਲੇਰਕੋਟਲੇ ਦੇ ਤਾਜ ਦੇ ਵਿੱਚ ਇੱਕ ਨਗ ਆਪਾਂ ਕਹਿ ਸਕਦੇ ਹਾਂ ਪ੍ਰੇਮ ਸਿੰਘ ਜੀ। ਆਪਾਂ ਗੱਲ ਕਰਾਂਗੇ ਪ੍ਰੇਮ ਸਿੰਘ ਜੀ ਨਾਲ ਔਰ ਪੁੱਛਾਂਗੇ ਇਹਨਾਂ ਦੇ ਫੈਮਿਲੀ ਬੈਕਗ੍ਰਾਉਂਡ, ਇਹਨਾਂ ਦੀ ਐਜੂਕੇਸ਼ਨ, ਇਹਨਾਂ ਦਾ ਐਕਸਪੀਰੀਅੰਸ ਔਰ ਇਹਨਾਂ ਦੇ ਅਵਾਰਡਸ ਦੇ ਬਾਰੇ। ਆਓ ਗੱਲਬਾਤ ਕਰੀਏ ਪ੍ਰੇਮ ਸਿੰਘ ਜੀ ਨਾਲ। ਪ੍ਰੇਮ ਸਿੰਘ ਸਭ ਤੋਂ ਪਹਿਲਾਂ ਵੈਲਕਮ ਤੁਹਾਡਾ ਮੇਰੇ ਚੈਨਲ ਨੌਲੇਜ ਟੂਡੇ ਦੇ ਵਿੱਚ। ਥੈਂਕ ਯੂ ਸਰ, ਥੈਂਕ ਯੂ ਜੀ। ਪ੍ਰੇਮ ਜੀ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਤੁਹਾਡੀ ਪਰਸਨਲ ਲਾਈਫ ਤੋਂ ਜੀ, ਜਿੱਥੋਂ ਸ਼ੁਰੂ ਕੀਤਾ ਤੁਸੀਂ ਜੀ। ਥੋੜਾ ਦੱਸੋ ਆਪਣੇ ਫੈਮਿਲੀ ਬੈਕਗ੍ਰਾਉਂਡ ਔਰ ਆਪਣੀ ਐਜੂਕੇਸ਼ਨ ਦੇ ਬਾਰੇ। ਜੀ ਜੀ। ਤੇ ਜਿਹੜੀ ਮੇਰੀ ਪਰਸਨਲ ਲਾਈਫ ਹੈ ਇਹ ਪਿੰਡ ਤੋਂ ਸ਼ੁਰੂ ਹੋਈ, ਪਿੰਡ ਮਾਨਕ ਮਾਜਰਾ ਜੋ ਕਿ ਮਲੇਰਕੋਟਲਾ ਤੋਂ 5 ਕਿਲੋਮੀਟਰ ਦੂਰ ਹੈ ਜੀ। ਤਾਂ ਮੈਂ ਮੀਡੀਅਮ ਪਰਿਵਾਰ ਦੇ ਵਿੱਚ, ਮਜ਼ਦੂਰ ਪਰਿਵਾਰ ਦੇ ਵਿੱਚ ਪੈਦਾ ਹੋਇਆ ਤੇ ਸ਼ੁਰੂ ਤੋਂ ਜਿਗਿਆਸਾ ਸੀ ਵੀ ਸਮਾਜ ਦੇ ਲਈ ਕੁਝ ਕੀਤਾ ਜਾਵੇ, ਕਿਉਂਕਿ ਜਦੋਂ ਦੇਖਦੇ ਸੀ ਆਲਾ ਦੁਆਲਾ ਛੋਟੇ ਹੁੰਦੇ ਤੋਂ ਇੱਕ ਜਿਗਿਆਸਾ ਕਹਿ ਲੋ, ਇੱਕ ਚਾਨਣ ਸੀ ਦਿਮਾਗ ਦੇ ਵਿੱਚ ਵੀ ਜਿਹੜੇ ਮੌਕੇ ਨੇ ਉਹ ਸਾਰਿਆਂ ਨੂੰ ਬਰਾਬਰ ਮਿਲਣੇ ਚਾਹੀਦੇ ਨੇ। ਤਾਂ ਉਸ ਹਿਸਾਬ ਦੇ ਨਾਲ ਉਸ ਵੇਲੇ ਜੋ ਮੈਨੂੰ ਹੁਣ ਪਤਾ ਲੱਗਦਾ ਤਾਂ ਮੈਂ ਟੌਇਜ਼ ਨੇ ਜਿਹੜੇ ਖਿਡੌਣੇ ਬੜੇ ਪਸੰਦ ਕਰਦਾ ਸੀ ਤੇ ਖਿਡੌਣਿਆਂ ਦੇ ਵਿੱਚ ਛੋਟੀਆਂ-ਛੋਟੀਆਂ ਟੈਕਨੀਕਾਂ ਆ ਜਿਹੜੀਆਂ ਉਹ ਪਸੰਦ ਕਰਦਾ ਸੀ। ਤੇ ਅਸੀਂ ਜੁਆਇੰਟ ਫੈਮਿਲੀ ਦੇ ਵਿੱਚ ਰਹੇ ਹੈਗੇ ਆ, ਦੋ ਪਰਿਵਾਰ ਇਕੱਠੇ ਸੀ। ਮੇਰੇ ਪਿਤਾ ਜੀ ਬਾਪੂ ਚੇਤ ਰਾਮ ਜੀ ਜੋ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਤੇ ਉਹ ਵੀ ਕਿੱਸਾ ਕਾਵ ਲਿਖਿਆ ਉਹਨਾਂ ਨੇ ਬਹੁਤ ਜ਼ਿਆਦਾ। ਤੇ ਮੇਰੇ ਮਾਤਾ ਜੀ ਘਰੇਲੂ ਤੇ ਉਹਨਾਂ ਦਾ ਜਿਹੜਾ ਬੜਾ ਯੋਗਦਾਨ ਹੈ, ਉਹਨਾਂ ਨੇ ਆਪ ਮਿਹਨਤ ਕਰਕੇ ਸਾਨੂੰ ਪੜ੍ਹਨ ਦੇ ਲਈ ਪੂਰਾ ਟਾਈਮ ਦਿੱਤਾ ਜੀ। ਤੇ ਮੇਰੇ ਭਰਾ ਤੇ ਮੇਰੇ ਜੋ ਭੈਣਾਂ ਸਨ ਸਾਰੇ, ਉਹ ਸਾਰੇ ਪੜ੍ਹਿਆ ਲਿਖਿਆ ਪਰਿਵਾਰ ਹੈ, ਮਿਹਨਤ ਕਰਕੇ ਸਾਰੇ ਪੜ੍ਹੇ ਹਨ। ਤੇ ਉਸ ਤੋਂ ਬਾਅਦ ਫਿਰ ਜਿੱਦਾਂ ਜਿਗਿਆਸਾ ਸੀ ਮਨ ਦੇ ਵਿੱਚ, ਤਾਂ ਮੈਂ ਇੱਕ ਬੜੀ ਇੰਟਰਸਟਿੰਗ ਗੱਲ ਦੱਸਦਾ ਜੀ ਬਈ ਜਿੱਦਾਂ ਅੱਜ ਕੱਲ ਤਾਂ ਬੜਾ ਚੱਲਦਾ ਤੇ ਹੁਣ ਮੈਂ ਜੇ ਡਿਸਟ੍ਰਿਕਟ ਕਾਉਂਸਲਰ ਵੀ ਕੰਮ ਕਰ ਰਿਹਾ ਤੇ ਹੁਣ ਤਾਂ ਕਾਉਂਸਲਿੰਗ ਹੁੰਦੀ ਆ, ਸਟੂਡੈਂਟਸ ਨੂੰ ਪਤਾ ਲੱਗ ਜਾਂਦਾ ਵੀ 8ਵੀਂ 9ਵੀਂ ਤੋਂ ਬਾਅਦ ਕੀ ਕਰਨਾ ਜੀ। ਤੇ ਸਾਨੂੰ 10ਵੀਂ ਤੋਂ ਬਾਅਦ ਇਹ ਸੀ ਵੀ ਸ਼ਾਇਦ 11ਵੀਂ ਹੁੰਦੀ ਆ, ਇਹਦੇ 'ਚ ਕੋਈ ਝੂਠ ਨਹੀਂ ਹੈ। ਤਾਂ ਸਾਨੂੰ ਇਹ ਨਹੀਂ ਪਤਾ ਸੀ ਵੀ ਸਾਇੰਸ ਸਟਰੀਮ ਹੁੰਦੀ ਆ, ਕਾਮਰਸ ਹੁੰਦੀ ਆ, ਵੋਕੇਸ਼ਨ ਹੁੰਦੀ ਆ। ਤੇ 10ਵੀਂ ਤੋਂ ਬਾਅਦ ਇੱਕੋ ਗੱਲ ਸੀ ਪੇਰੈਂਟਸ ਦੀ ਵੀ ਹੁਣ ਪੜ੍ਹ ਲਏ ਤਾਂ ਕੋਈ ਨਾ ਕੋਈ ਆਪਾਂ ਕਿੱਤਾ ਕਰੀਏ ਤਾਂ ਕਿ ਰੋਜੀ ਦੇ ਸਹਾਰੇ ਹੋਈਏ ਜੀ। ਤਾਂ 10ਵੀਂ ਤੋਂ ਬਾਅਦ ਮੈਂ ਕਿਤੇ ਪੜ੍ਹਨ ਨਹੀਂ ਲੱਗਿਆ ਜੀ ਜੀ ਜੀ। ਤੇ 10ਵੀਂ ਤੋਂ ਬਾਅਦ ਕੀ ਹੋਇਆ ਵੀ ਫੌਜੀ ਭਰਤੀ ਹੋਣਾ ਤੇ ਸ਼ਾਮ ਨੂੰ ਅਸੀਂ ਛੋਲੇ ਭਿਉਂ ਕੇ ਖਾ ਲੈਣ ਤੇ ਸਵੇਰ ਅਸੀਂ ਐਕਸਰਸਾਈਜ਼ ਕਰਨੀ। ਤੇ 10ਵੀਂ ਤੋਂ ਬਾਅਦ 1 ਸਾਲ ਮੈਂ ਪੂਰਨ ਤੌਰ ਤੇ ਵਿਹਲਾ ਰਿਹਾ। ਸਮੇਂ ਦੀ ਮੈਂ ਕੀਮਤ ਦੇਖਦਾ ਹੋਇਆ ਬਰੀਫ ਕਰਕੇ ਦੱਸਦਾ ਇਹ ਗੱਲ ਨੂੰ ਵੀ ਮੈਂ ਚਿੱਠੀਆਂ ਵੰਡਣ ਤੋਂ ਲੈ ਕੇ ਜੀ ਤੇ ਵਕੀਲ ਦੇ ਮੁਨਸੀ ਕਚਹਿਰੀਆਂ ਦੇ ਵਿੱਚ ਹੀ ਮੈਂ ਕੰਮ ਕੀਤੇ, ਡਾਕਖਾਨੇ 'ਚ ਚਿੱਠੀਆਂ ਵੀ ਵੰਡੀਆਂ ਤੇ ਨਾਲੋਂ ਨਾਲ ਪੜ੍ਹਦੇ ਵੀ ਰਹੇ। ਤੇ ਕਦੇ ਕਿਸੇ ਦੀ ਉਸ ਵੇਲੇ ਟੈਲੀਗ੍ਰਾਮ ਆਉਂਦੀ ਹੁੰਦੀ ਸੀ, ਜਦੋਂ ਟੈਲੀਗ੍ਰਾਮ ਮੈਂ ਦੇਣ ਗਿਆ ਨਾ ਤਾਂ ਉਹਨਾਂ ਦੇ ਘਰ ਇੱਕ ਬੁੱਕ ਪਈ ਸੀ, ਉਹਦੇ ਤੇ ਲਿਖਿਆ ਹੋਇਆ ਸੀ 11th ਜੀ। ਤੇ ਉਹ ਫਿਜ਼ਿਕਸ ਦੀ ਕਿਤਾਬ ਸੀ ਤੇ ਮੈਂ ਕਿਹਾ ਵੀ 11ਵੀਂ 'ਚ ਇਸ ਤਰ੍ਹਾਂ ਦੀਆਂ ਕਿਤਾਬਾਂ ਹੁੰਦੀਆਂ ਨੇ ਜੀ ਜੀ ਜੀ। ਤੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਤੂੰ ਕੀ ਕਰਦਾ? ਮੈਂ ਕਿਹਾ ਵੀ ਮੈਂ ਤਾਂ ਵਿਹਲਾ ਹਾਂ ਤੇ ਮੈਂ 10ਵੀਂ ਕੀਤੀ ਆ ਤੇ ਮੇਰੇ ਨੰਬਰ ਪੁੱਛੇ, ਕਹਿੰਦੇ ਤੁਹਾਡੇ ਤਾਂ ਨੰਬਰ ਹੀ ਬੜੇ ਅੱਛੇ ਨੇ। ਅੱਛਾ। ਤੇ ਵੀ ਤੁਸੀਂ ਸਾਇੰਸ ਕਿਉਂ ਨਹੀਂ ਲੈਂਦੇ? ਮੈਂ ਕਿਹਾ ਵੀ ਸਾਇੰਸ ਥੋੜੋ ਲੈਂਦੇ ਆ ਤੇ ਤਾਂ 11ਵੀਂ 'ਚ ਐਡਮਿਸ਼ਨ ਲੈਣੀ ਆ। ਤੇ ਫਿਰ ਮੈਨੂੰ ਉਸ ਪਰਿਵਾਰ ਨੇ ਦੱਸਿਆ
ਜਿਹੜਾ ਘਰ ਮੈਂ ਹੁਣ ਵੀ ਵੇਖ ਕੇ ਆਉਣਾ ਹੁੰਦਾ ਦਿੱਲੀ ਗੇਟ ਦੇ ਅੰਦਰ ਜੀ ਵੀ ਤੁਸੀਂ ਸਾਇੰਸ ਲੈਣੀ ਆ। ਉਸ ਵੇਲੇ ਪ੍ਰੀ ਇੰਜੀਨੀਅਰਿੰਗ ਸੀ ਜੀ ਜੀ ਪਰ ਪ੍ਰੀ ਇੰਜੀਨੀਅਰਿੰਗ ਉਸੇ ਸਾਲ ਖਤਮ ਹੋ ਗਈ, ਨਵਾਂ ਪੈਟਰਨ ਆ ਗਿਆ +1 +2 ਦਾ। ਜੀ 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 ਤੇ ਮੈਂ ਫਿਰ 1987 ਦੇ ਵਿੱਚ ਫਿਰ ਮੈਂ +1 ਚ ਦਾਖਲਾ ਲਿਆ, +1 ਨਾਨ ਮੈਡੀਕਲ। ਜੀ 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 ਉੱਥੋਂ ਫਿਰ ਮੈਂ ਸਫ਼ਰ ਸ਼ੁਰੂ ਕੀਤਾ ਜੀ। ਕੀ ਬਾਤ ਹੈ, ਬਹੁਤ ਇੱਕ ਮਤਲਬ ਮੋਟੀਵੇਸ਼ਨਲ ਜਿਹੜੀ ਸਟੋਰੀ ਤੁਸੀਂ ਜਿਸ ਤਰ੍ਹਾਂ ਦੇਖਿਆ ਕਿ ਅਗਰ ਤਾਂਗ ਹੋਵੇ ਕਿਸੇ ਚੀਜ਼ ਨੂੰ ਪਾਉਣ ਦੀ ਔਰ ਬੰਦੇ ਨੇ ਕਿਸੇ ਟੀਚੇ ਦੇ ਉੱਪਰ ਪਹੁੰਚਣਾ ਹੋਵੇ ਤਾਂ ਰੱਬ ਵੀ ਕਨੈਕਸ਼ਨ ਕਿਤੋਂ ਨਾ ਕਿਤੋਂ ਬਣਾ ਦਿੰਦਾ ਹੈ। ਔਰ ਅੱਗੇ ਗੱਲਬਾਤ ਕਰਦੇ ਆ ਪ੍ਰੇਮ ਸਿੰਘ ਦੇ ਨਾਲ। ਪ੍ਰੇਮ ਸਿੰਘ ਜੀ, ਉਸ ਤੋਂ ਬਾਅਦ ਜੋ ਸਿਲਸਿਲਾ ਕੰਮ ਕਾਰ ਦਾ ਸ਼ੁਰੂ ਹੋਇਆ ਜੀ, ਤੇ ਮਤਲਬ ਡਿਗਰੀ ਪੂਰੀ ਹੋਈ ਜੀ, ਜੌਬ ਚ ਆਏ ਜੀ ਜੀ, ਤੇ ਉਸ ਤੋਂ ਬਾਅਦ ਮਤਲਬ ਦੂਸਰਿਆਂ ਦੇ ਨਾਲੋਂ ਵੱਖ ਰਹੇ ਤੁਸੀਂ, ਦੂਸਰੇ ਟੀਚਰਸ ਦੇ ਨਾਲੋਂ ਮੀਨ ਐਕਸਪੈਰੀਮੈਂਟ ਦੇ ਤੌਰ ਦੇ ਉੱਪਰ ਦੇਖ ਲਈਏ ਜਾਂ ਆਪਣੇ ਬੱਚਿਆਂ ਨੂੰ ਕੁਝ ਦੇਣ ਦੇ ਆਪਾਂ ਮਤਲਬ ਇੱਕ ਜਿਗਿਆਸਾ ਰਹੀ ਹਮੇਸ਼ਾ ਤੁਹਾਡੇ 'ਚ, ਇਹ ਕਿੱਥੋਂ ਜਾਗੀ ਜੀ? ਜੀ ਸਰ, ਮੈਂ ਬੀਐਡ ਕਰਨ ਤੋਂ ਬਾਅਦ ਜੀ ਤੇ ਇਸ ਗੱਲੋਂ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਵੀ ਮੈਂ ਬੀਐਡ ਕਰਨ ਤੋਂ ਬਾਅਦ ਇੱਕ ਦਿਨ ਵੀ ਫ੍ਰੀ ਨਹੀਂ ਰਿਹਾ ਜੀ। ਤੇ ਵੈਰੀ ਨੈਕਸਟ ਡੇ ਜਦੋਂ ਮੇਰਾ ਲਾਸਟ ਐਗਜ਼ਾਮ ਸੀ ਤਾਂ ਮੈਂ ਸਰੀਆਂਸ ਪੇਪਰ ਮਿਲ ਦੇ ਵਿੱਚ ਐਜ ਏ ਕੈਮਿਸਟ, ਓਕੇ, ਤਾਂ ਉੱਥੇ ਮੈਂ ਪੇਪਰ ਦੀ ਕੁਆਲਿਟੀ ਚੈੱਕ ਕਰਦਾ ਤੇ ਮੈਨੂੰ ਬੜਾ ਸ਼ੌਕ ਹੁੰਦਾ ਸੀਗਾ। ਟੈਸਟਰ ਹੁੰਦੇ ਸੀ ਤੇ ਮੈਂ ਉਹਨਾਂ ਨੂੰ ਨਾਲੋਂ ਨਾਲ ਦੱਸਦਾ ਵੀ ਏਦਾਂ ਟੈਸਟ ਕਰਨੇ ਨੇ, ਇਸ ਤਰ੍ਹਾਂ ਕਰਨਾ। ਤੇ ਉਦੋਂ ਮੈਨੂੰ ਪਤਾ ਲੱਗਿਆ ਵੀ ਪੇਪਰ ਕਿੱਦਾਂ ਬਣਦਾ। ਤੇ ਉਸ ਫੈਕਟਰੀ 'ਚ ਲੱਗੇ ਫਿਰ ਮੈਨੂੰ ਸੰਤ ਬਾਬਾ ਬਲਵੰਤ ਸਿੰਘ ਜੀ ਸਿਉੜਾ ਵਾਲੇ, ਉਹਨਾਂ ਦੇ ਮਾਤਾ ਜੀ ਦੇ ਨਾਂ ਤੇ ਸਕੂਲ ਹੈ ਇੱਕ ਸਿਉੜਾ ਜੀ, ਉੱਥੇ ਫਿਰ ਮੈਂ ਲਗਭਗ 2 ਸਾਲ ਪੜਾਇਆ ਜੀ। ਤੇ ਉਦੋਂ ਤੋਂ ਸੀ ਵੀ ਬੱਚਿਆਂ ਤੋਂ ਛੋਟੇ-ਛੋਟੇ ਮਾਡਲ ਤਿਆਰ ਕਰ ਲੈਣੇ। ਜੀ ਜੀ ਤੇ ਸ਼ੁਰੂ ਤੋਂ ਹੀ ਮੈਂ ਜਦੋਂ ਸਾਇੰਸ ਪੜਾਈ ਤਾਂ ਮੈਂ ਕਦੇ ਕਿਤਾਬ ਦਾ ਜਿਹੜਾ ਸਹਾਰਾ ਹੈ ਤੇ ਇਹ ਤਾਂ ਨਹੀਂ ਕਹਿ ਸਕਦੇ ਵੀ ਕਦੇ ਨਹੀਂ ਲਿਆ, ਪਰ ਮੈਨੂੰ ਨਾਲੋਂ ਨਾਲ ਸਹੀ ਵੀ ਕਿਤਾਬ ਦੇ ਨਾਲ ਬੱਚਿਆਂ ਨੂੰ ਕਰਕੇ ਦਿਖਾਇਆ ਜਾਵੇ। ਜੈਸੇ ਪਹਿਲੇ ਦਿਖਾਓ ਫਿਰ ਸਿਖਾਓ। ਜੀ ਜੀ ਜੀ, ਮਤਲਬ ਉਹ ਬ੍ਰੇਨ ਦੇ ਵਿੱਚ ਸੋਚਾਂ ਨਹੀਂ ਰੱਖੀਆਂ ਹੈ। ਜੀ ਜੀ ਜੀ। ਔਰ ਉਸ ਤੋਂ ਬਾਅਦ ਪ੍ਰੇਮ ਜੀ, ਮਤਲਬ ਇੱਕ ਬਹੁਤ ਬੜੀ ਉਪਲਬਧੀ ਹੁੰਦੀ ਹੈ ਸਟੇਟ ਅਵਾਰਡ ਮਿਲਣਾ। ਜੀ ਜੀ। ਔਰ ਉਸ ਤੋਂ ਬਾਅਦ ਨੈਸ਼ਨਲ ਅਵਾਰਡ ਮਿਲਣਾ। ਤੁਹਾਡੇ ਕੋਲ ਦੋ ਮਤਲਬ ਅਵਾਰਡ ਹੈ, ਰੱਬ ਨੇ ਮਤਲਬ ਬੜੀ ਸੁਣੀ ਔਰ ਤੁਹਾਡੀ ਮਿਹਨਤ ਨੂੰ ਗੌਰ ਪਿਆ। ਉਹਦੇ ਲਈ ਸਰ ਜੋ ਸਟੇਟ ਅਵਾਰਡ ਮਿਲਿਆ ਉਹ ਕਦੋਂ ਮਿਲਿਆ ਔਰ ਕਾਹਦੇ ਲਈ ਮਿਲਿਆ? ਜੀ ਮੈਨੂੰ ਜਿੱਦਾਂ ਮੈਂ ਪਹਿਲਾਂ ਦੱਸਿਆ, ਮੈਂ ਬੱਚਿਆਂ ਨੂੰ ਸਾਇੰਸ ਮੇਲਿਆਂ ਤੇ ਅਕਸਰ ਹੀ ਲਿਜਾਂਦਾ ਰਹਿੰਦਾ ਸੀ। ਹਾਂਜੀ। ਸਰਕਾਰ ਵੱਲੋਂ ਕੋਈ ਜ਼ਿਆਦਾ ਫੰਡ ਨਹੀਂ ਹੁੰਦੇ। ਜੀ ਜੀ। ਤਾਂ ਮੈਨੂੰ ਜਨੂਨ ਸੀ, ਜਿੱਦਾਂ ਦੱਸਿਆ ਮੈਂ ਖਰੀਜੀ ਸੀ ਤੇ ਮੈਂ ਖਰਚ ਕਰਦਾ ਤੇ ਮਾਡਲ ਮੈਂ ਏਦਾਂ ਨਹੀਂ ਵੀ ਸਾਇੰਸ ਮੇਲੇ ਤੇ ਹੀ ਬਣਾਉਂਦਾ ਸੀ। ਜੀ ਜੀ। ਤੇ ਪਹਿਲਾਂ ਉਦੋਂ ਸਾਰਾ ਸਾਲ ਬੱਚਿਆਂ ਨੂੰ ਅਸੀਂ ਲਗਾਈ ਰੱਖਦੇ ਮਾਡਲ ਬਣਾਉਣ ਵਿੱਚ। ਤੇ ਅਸੀਂ ਬਲਾਕ ਚੋਂ ਆਉਂਦੇ ਫਸਟ ਜਾਂ ਸੈਕੰਡ, ਕਦੇ ਫਿਰ ਅਸੀਂ ਡਿਸਟ੍ਰਿਕਟ ਤੋਂ ਸਟੇਟ ਲੈਵਲ ਤੇ ਵੀ ਕਹਿ ਕੇ, ਤੇ ਮੈਂ ਖੁਦ ਵੀ ਟੀਚਰਸ ਕੰਪੀਟੀਸ਼ਨ ਦੇ ਵਿੱਚ ਪਾਰਟਿਸਿਪੇਟ ਕਰਦਾ ਰਿਹਾ। ਜੀ। ਤੇ ਉਹਨਾਂ ਦੇ ਚਲਦੇ 2010 ਦੇ ਵਿੱਚ ਜੀ ਅਵਾਰਡ ਤਾਂ ਮੈਨੂੰ ਮਿਲਿਆ 2012 ਦੇ ਵਿੱਚ। ਜੀ ਜੀ। 2010 ਦੇ ਵਿੱਚ ਇੱਕ ਕੰਪੀਟੀਸ਼ਨ ਹੋਇਆ ਸੀ ਸਪੇਸ ਐਕਸਪਲੋਰੇਸ਼ਨ ਜੀ ਆਫਟਰ 50 ਇਅਰ, ਵੀ ਅੱਜ ਤੋਂ 50 ਸਾਲਾਂ ਨੂੰ ਸਪੇਸ ਬਾਰੇ ਕੀ ਹੋ ਸਕਦਾ। ਜੀ। ਤੇ ਸਪੇਸ ਬਾਰੇ ਮੈਨੂੰ ਸ਼ੁਰੂ ਤੋਂ ਹੀ ਇੱਕ ਤਾਂਘ ਨਹੀਂ ਹੁੰਦੀ ਤੇ ਉਦੋਂ ਮੰਜਿਆਂ ਤੇ ਸੌਣਾ, ਕੋਠਿਆਂ ਤੇ ਤਾਰਿਆਂ ਵੱਲ ਵੇਖੀ ਜਾਣਾ। ਉਹ ਸਾਡੇ ਮਾਤਾ ਜੀ ਤੇ ਹੁਣ ਇੱਥੇ ਨੇ, ਉਹਨਾਂ ਨੇ ਦੱਸਣਾ ਵੀ ਇਹ ਤਿੱਕੜੀ ਆ, ਇਹ ਮੰਜੀ ਆ, ਇਹ ਆ। ਤੋਂ ਬੱਚਿਆਂ ਨੂੰ ਪੜਾਉਂਦੇ ਦੱਸਣਾ ਵੀ ਇਹ ਕਨਸਟੇਲੇਸ਼ਨ ਜਿਹਨੇ ਤਾਰਿਆਂ ਦਾ ਇੱਕ ਗਰੁੱਪ ਬਣਦਾ। ਤਾਂ ਸਪੇਸ ਤੇ ਪਹਿਲਾਂ ਤੋਂ ਹੀ ਚਾਹਤ ਸੀ। ਜੀ। ਤਾਂ ਇਸਰੋ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਵੱਲੋਂ ਉਹਨਾਂ ਦੁਆਰਾ ਇੱਕ ਸਪਾਂਸਰਡ ਪ੍ਰੋਗਰਾਮ ਸਾਇੰਸ ਸਿਟੀ ਕਪੂਰਥਲਾ ਵਿਖੇ ਹੋਇਆ ਨਾਰਥ ਵੈਸਟ ਇੰਡੀਆ ਦਾ ਕੰਪੀਟੀਸ਼ਨ ਅਮੰਗ ਟੀਚਰਸ। ਓਕੇ। ਤੋਂ ਕੰਪੀਟੀਸ਼ਨ ਦੇ ਵਿੱਚ ਫਿਰ ਮੈਂ ਹਿੱਸਾ ਲਿਆ। ਜੀ। ਤੇ ਉਸ ਕੰਪੀਟੀਸ਼ਨ ਦੇ ਵਿੱਚ ਮੈਂ ਹਿੱਸਾ ਲਿਆ ਤੇ ਮੇਰੇ ਜਿਹੜੇ ਮਾਡਲ ਹੁੰਦੇ ਸੀ ਉਹ ਬਾਹਲੇ ਮਤਲਬ ਇਦਾਂ ਨਹੀਂ ਹੁੰਦੇ ਸੀ ਵੀ ਬਹੁਤ ਜ਼ਿਆਦਾ ਵਧੀਆ ਨੇ, ਵੈਲ ਫਰਨਿਸ਼ਡ ਨਹੀਂ ਹੁੰਦੇ ਸੀ। ਮੈਂ ਸੋਲਿਡ ਵੇਸਟ ਤੋਂ ਬਣਾਉਂਦਾ ਸੀ। ਜੀ। ਤਾਂ ਮੈਂ ਮਾਸਸ ਦੀਆਂ ਤੀਲੀਆਂ ਲੈ ਕੇ, ਖਾਲੀ ਡੱਬੇ ਲੈ ਕੇ, ਪਲਾਸਟਿਕ ਦੇ ਤੇ ਦੂਸਰੇ ਡੱਬੇ ਲੈ ਕੇ, ਥਰਮੋਕੋਲ ਮੈਂ ਬਹੁਤ ਨਾਮਾਤਰ ਯੂਜ਼ ਕੀਤੀ ਆ ਪੂਰੀ ਲਾਈਫ ਦੇ ਵਿੱਚ। ਤਾਂ ਮੈਂ ਮਾਡਲ ਬਣਾਇਆ ਸਪੇਸ ਕਾਲੋਨੀ ਮਾਡਲ, ਵੀ ਹਾਊ ਵੀ ਕੈਨ ਲਿਵ ਇਨ ਸਪੇਸ। ਸਪੇਸ ਮਤਲਬ ਅਸੀਂ ਕਿਸੇ ਔਰ ਸੈਟੇਲਾਈਟ ਦੇ ਆਰਬਿਟ ਦੇ ਵਿੱਚ ਕਿਵੇਂ ਰਹਿ ਸਕਦੇ ਹਾਂ। ਜੀ। ਮਤਲਬ ਜਿਵੇਂ ਕਿਸੇ ਸੈਟੇਲਾਈਟ ਦੀ ਸਰਫੇਸ ਤੇ ਰਹਿਣ ਦਾ ਤਾਂ ਬਹੁਤ ਜ਼ਿਆਦਾ ਕੰਮ ਹੋ ਚੁੱਕਿਆ ਸੀ। ਮੈਂ ਕਿਹਾ ਵੀ ਸੈਟੇਲਾਈਟ ਦੇ ਆਲੇ ਦੁਆਲੇ ਇੱਕ ਘੁੰਮਦੀ ਹੋਈ ਸਪੇਸ ਕਲੋਨੀ, ਮਤਲਬ ਸਪੇਸ ਦੇ ਵਿੱਚ ਕਿਵੇਂ ਰਿਹਾ ਜਾ ਸਕਦਾ। ਤਾਂ ਮੈਂ ਉਸ ਵੇਲੇ ਇੱਕ ਡਰਮਲ ਸਫੀਅਰ ਟਾਈਪ ਕਲੋਨੀ ਬਣਾਈ ਤੇ ਬਹੁਤ ਜ਼ਿਆਦਾ ਘੱਟ ਸੀ, 237 ਮਤਲਬ ਉੱਥੇ ਟੋਟਲ ਪਾਰਟਿਸਪੈਂਟ ਸੀ ਨਾਰਥ ਵੈਸਟ ਇੰਡੀਆ ਦੇ। ਉਹਨਾਂ ਦੇ ਬੜੇ ਵੱਡੇ ਮਾਡਲ ਸੀ ਤੇ ਮੈਂ ਥੋੜਾ ਘਬਰਾ ਵੀ ਗਿਆ, ਪਰ 22 ਲੱਖ ਮੈਂ ਫਸਟ ਆ ਗਿਆ ਉੱਥੋਂ। ਕੀ ਬਾਤ ਜੀ। ਤਾਂ ਉਹ ਜਿਹੜਾ
ਇਸਰੋ ਦਾ ਸਪਾਂਸਰ ਪ੍ਰੋਗਰਾਮ ਸੀ, ਉਹ ਜਦੋਂ ਫਸਟ ਆ ਗਿਆ ਤਾਂ ਮੇਰੀ ਥੋੜੀ ਜਿਹੀ ਪਹਿਚਾਣ ਬਣ ਗਈ। ਨਾਲੋਂ ਨਾਲ ਫਿਰ ਅਖਬਾਰਾਂ ਨੇ ਕਵਰ ਕੀਤਾ ਤੇ ਇੱਕ ਜਿਹੜਾ ਅਵਾਰਡ ਲੈਣਾ ਹੁੰਦਾ ਚੈਲੰਜ ਹੋ ਜਾਂਦਾ ਜੀ ਇੱਕ ਤਰ੍ਹਾਂ ਦਾ, ਵੀ ਹੁਣ ਇਹਦੇ ਵਿੱਚ ਹੋਰ ਕਰੀਏ। ਸਹੀ ਹੈ। ਤੇ ਉਸੇ ਵਕਵੇ ਦੌਰਾਨ ਮੇਰੀ ਚੰਗੀ ਕਿਸਮਤ, ਮੈਨੂੰ HC ਵਰਮਾ ਜੀ IIT ਕਾਨਪੁਰ, ਜੋ ਕਿ ਹੁਣ ਪਦਮ ਸ਼੍ਰੀ ਨੇ, ਤੇ ਉਹ ਫਿਜ਼ਿਕਸ ਦੀਆਂ ਕਿਤਾਬਾਂ ਲਿਖਦੇ ਨੇ, ਕਨਸੈਪਟਸ ਆਫ ਫਿਜ਼ਿਕਸ, ਤੇ ਮੈਂ ਉਹਨਾਂ ਨੂੰ ਗੁਰੂ ਧਾਰ ਲਿਆ ਜੀ ਜੀ। ਤੇ ਉਹਨਾਂ ਨੇ ਮੇਰੇ IIT ਉਤਸ਼ਾਹੀ ਫਿਜ਼ਿਕਸ ਟੀਚਰ ਵਰਕਸ਼ਾਪ, LTOP ਅਨਵੇਸ਼ਕਾ ਲਵਿੰਗ ਓਰੀਐਂਟੇਸ਼ਨ ਪ੍ਰੋਗਰਾਮ ਦੇ ਵਿੱਚ IIT ਕਾਨਪੁਰ ਮੈਂ ਜਾਂਦਾ ਰਿਹਾ ਤੇ ਉਹਨਾਂ ਨੇ ਮੇਰੇ ਜਿਹੜੇ ਮਾਡਲ ਸੀ, ਟੀਚਿੰਗ ਏਡ ਸੀ, ਵੇਸਟ ਤੋਂ ਬਣਾਈਆਂ ਹੋਈਆਂ ਵੇਖੀਆਂ, ਤੇ ਉਸ ਵੇਲੇ ਮੈਂ ਬੜਾ ਮਤਲਬ ਆਪਣੇ ਆਪ ਨੂੰ ਬੜਾ ਉੱਚਾ ਚੁੱਕਿਆ, ਆਪਣੀ ਨੌਲੇਜ ਨੂੰ ਉੱਚਾ ਚੁੱਕਿਆ ਤੇ ਬੱਚਿਆਂ ਦੀ ਹੈਲਪ ਕੀਤੀ। ਤਾਂ ਉਸੇ ਬੇਸਡ ਕੀ ਹੋਇਆ, ਸਾਡੇ ਮੈਡਮ DO ਮੈਡਮ ਸੰਗਰੂਰ ਤੋਂ, DO ਮੈਡਮ ਸੀ ਬਰਨਾਲਾ ਤੋਂ, ਮੈਡਮ ਮਹਿੰਦਰ ਕੌਰ ਜੀ, ਉਹ ਘਸੌੜ ਹੁੰਦਾ ਸੀ, ਮੈਂ ਮੇਰੇ ਸਕੂਲ ਵਿੱਚ ਆਏ ਤਾਂ ਉਹਨਾਂ ਨੇ ਜਦੋਂ ਵੇਖਿਆ, ਮੇਰੇ ਬੱਚੇ ਵੀ ਉਸ ਵੇਲੇ, ਮੈਂ ਗੱਲ ਭੁੱਲ ਗਿਆ, ਉਹਨਾਂ ਨੇ 20,000 ਸਾਇੰਸ ਫਸਟ ਦੇ ਵਿੱਚ ਜਿੱਤਿਆ ਸੀ। ਸੈਕੰਡ ਪ੍ਰਾਈਜ਼ ਲਿਆ ਸੀ ਉਹਨਾਂ ਨੇ। ਪਿੰਡੂ ਸਕੂਲ ਦੇ ਬੱਚਿਆਂ ਨੇ ਕਨਵੈਂਟ ਸਕੂਲਾਂ ਦੇ ਬੱਚਿਆਂ ਦੇ ਵਿੱਚ ਪਾਰਟਿਸਿਪੇਟ ਕਰਕੇ ਉਹਨਾਂ ਨੇ ਸੈਕੰਡ ਪ੍ਰਾਈਜ਼ 20,000 ਐਂਡ ਟਰਾਫੀ। ਡਿਸਟਿੰਕਸ਼ਨ ਸੀਗੀ? ਨਹੀਂ ਸਰ, ਇਹ ਡਿਸਟ੍ਰਿਕਟ ਨੂੰ ਨਹੀਂ ਸੀ, ਇਹ ਨਾਰਥ ਇੰਡੀਆ ਦੇ ਆਏ ਹੋਏ ਸੀ ਬੱਚੇ। ਨਹੀਂ, ਮੈਂ ਕਹਿੰਦਾ ਵੀ ਇੱਕ ਉਪਲਬਧੀ ਸੀਗੀ ਉਹਨਾਂ ਬੱਚਿਆਂ ਦੀ। ਇੱਕ ਵਿਲੱਖਣ ਉਪਲਬਧੀ ਸੀ ਬੱਚਿਆਂ ਦੀ, ਔਰ ਬੱਚੇ ਬਿਲਕੁਲ ਨਿਰੋਲ ਪਿੰਡ ਦੇ ਸੀ। ਤੇ DO ਮੈਡਮ ਬੜੇ, ਉਹਨਾਂ ਨੇ ਮੈਨੂੰ ਉਤਸ਼ਾਹਿਤ ਕੀਤਾ। ਤੇ ਉਸ ਤੋਂ ਬਾਅਦ ਸਟੇਟ ਅਵਾਰਡ ਅਪਲਾਈ ਕਰਨਾ ਹੁੰਦਾ, ਤੇ ਮੈਂ ਅਪਲਾਈ ਕਰਨ ਦੇ ਵਿੱਚ ਯਕੀਨ ਨਹੀਂ ਰੱਖਦਾ ਸੀ। ਜਦੋਂ ਹਫਤਾ ਰਹਿ ਗਿਆ ਤੇ ਮੈਨੂੰ ਫੋਨ ਆਇਆ DO ਦਫ਼ਤਰ ਤੋਂ, ਕੀਰਤੀ ਸਿੰਘ ਪੱਠਲ ਸੁਪਰਡੈਂਟ ਹੁੰਦੇ ਸੀ, ਉਹ ਕਹਿੰਦੇ ਵੀ ਬਾਕੀ ਫਾਈਲਾਂ ਆਈ ਜਾਂਦੀਆਂ, ਵੀ ਤੇਰੀ ਕੋਈ ਫਾਈਲ ਨਹੀਂ ਆਈ। DO ਮੈਡਮ ਨੇ ਕਿਹਾ ਮੈਨੂੰ, ਤੇ ਅਸੀਂ ਫਿਰ ਆਪਣੀ ਫਾਈਲ, ਆਪਣੀਆਂ ਪ੍ਰਾਪਤੀਆਂ ਭੇਜੀਆਂ। ਤਾਂ 2012 ਨੂੰ ਅਧਿਆਪਕ ਦਿਵਸ ਮੌਕੇ ਫਿਰ ਮੈਨੂੰ ਸਟੇਟ ਅਵਾਰਡ ਉਸ ਵੇਲੇ ਦੀ ਸਰਕਾਰ ਵੱਲੋਂ ਮਿਲਿਆ। ਤੇ ਉਸ ਵੇਲੇ ਇਹ ਮੇਰੇ ਲਈ ਚੈਲੰਜ ਵੀ ਸੀ, ਇੱਕ ਖੁਸ਼ੀ ਵੀ ਸੀ, ਜਿਸ ਤਰ੍ਹਾਂ ਦੇ ਹਾਲਾਤਾਂ 'ਚ ਉੱਠੇ ਸੀ। ਤਾਂ ਉਸ ਅਵਾਰਡ ਨੇ ਮੈਨੂੰ ਬੜਾ ਬੂਸਟ ਕੀਤਾ ਵੀ ਹੁਣ ਕੁਝ ਕੀਤਾ ਜਾਵੇ ਸਮਾਜ ਦੇ ਲਈ। ਪ੍ਰੇਮ ਸਿੰਘ ਜੀ, ਇੱਕ ਗੱਲ ਮੈਂ ਨੈਸ਼ਨਲ ਅਵਾਰਡ ਦਾ ਵੀ ਪੁੱਛੂੰਗਾ ਕਿ ਨੈਸ਼ਨਲ ਅਵਾਰਡ ਕਿਵੇਂ ਮਿਲਿਆ ਔਰ ਕਿਸ ਕਰਕੇ ਮਿਲਿਆ, ਕੁਝ ਮਤਲਬ ਉਹਦੇ ਬਾਰੇ ਵੀ ਅਗਰ ਚਾਨਣਾ ਪਾਓ। ਹਾਂਜੀ, ਨੈਸ਼ਨਲ ਅਵਾਰਡ ਦੀ ਕਹਾਣੀ ਹੈ ਜਿਹੜੀ, ਉਹ ਵੀ ਬੜੀ ਅੱਛੀ ਹੈ। ਤੇ ਮੈਨੂੰ ਸਕੂਲ ਟਾਈਮ ਤੋਂ ਬਾਅਦ ਇੱਕ ਦਿਨ ਫੋਨ ਆਇਆ 4 ਵਜੇ ਤੇ ਉਹ ਜਿਹੜਾ ਮੇਰਾ ਫੋਨ ਸੀ ਨਾ, ਉਹ ਸੀ ਵੀ ਤੁਸੀਂ ਲੈਕਚਰ ਦੇਣ ਜਾਂਦੇ ਹੋ ਸਕੂਲਾਂ ਦੇ ਵਿੱਚ। ਮੈਨੂੰ ਆਦਤ ਸੀ, ਮੈਂ ਆਪਣਾ ਛੋਟਾ ਛੋਟਾ ਸਮਾਨ ਇਕੱਠਾ ਕਰਦਾ, ਬੋਟਲਸ, ਬੈਲੂਨ, ਸਾਈਕਲ ਸਪੋਕਸ, ਜਿਵੇਂ ਸਾਈਕਲ ਦੇ ਗੱਜ ਹੋ ਗਏ, ਸਾਈਕਲ ਵੀਲ ਹੋ ਗਿਆ, ਹਾਂਜੀ। ਤੇ ਉਹ ਮੈਂ ਸਮਾਨ ਇਕੱਠਾ ਕਰਕੇ ਮੈਂ ਸੈਮੀਨਾਰਸ ਤੇ ਟੀਚਰਸ ਨਾਲ ਆਪਣੇ ਆਈਡੀਆਜ਼ ਸ਼ੇਅਰ ਕਰਦਾ ਸੀ। ਤੇ ਇਹ ਗੱਲ ਮੈਂ ਨਹੀਂ ਕਹਾਂਗਾ, ਨਾ ਕਦੇ ਕਹੀ ਆ ਵੀ ਮੈਂ ਕੁਝ ਸਿਖਾਉਂਦਾ ਸੀ। ਜੋ ਮੈਂ ਮਤਲਬ ਸਿੱਖਿਆ ਤਾਂ ਸ਼ੇਅਰ ਕਰਦਾ ਸੀ ਵੀ ਤੁਸੀਂ ਵੀ ਆਪਣੇ ਜਿਹੜੇ ਪੰਜਾਬ ਦੇ ਬੱਚੇ ਨੇ, ਬੜੇ ਸ਼ਾਰਪ ਮਾਈਂਡਡ ਨੇ, ਵੀ ਉਹਨਾਂ ਨੂੰ ਅੱਗੇ ਲਿਆਉਣ ਦੇ ਲਈ ਇਹ ਮਾਡਲ ਉਹਨਾਂ ਨਾਲ ਸ਼ੇਅਰ ਕਰੋ। ਤਾਂ ਮੈਨੂੰ ਫੋਨ ਆਇਆ ਪਵਨ ਕੁਮਾਰ ਜੀ, ਤੇ ਉਹ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ ਨਵੀਂ ਦਿੱਲੀ ਸਾਇੰਟਿਸਟ ਨੇ, ਤੇ ਹੁਣ ਉਹ ਸਾਇੰਟਿਸਟ ਸੀ ਨੇ ਗ੍ਰੇਡ ਦੇ ਅਕੋਰਡਿੰਗ। ਉਹਨਾਂ ਦਾ ਮੈਨੂੰ ਫੋਨ ਆਇਆ ਵੀ ਮੈਂ ਤੁਹਾਡਾ ਇੱਕ ਲੈਕਚਰ ਕਰਾਉਣਾ ਇੱਕ ਇੰਸਟੀਚਿਊਟ ਦੇ ਵਿੱਚ, ਤੇ ਕੀ ਤੁਸੀਂ ਫ੍ਰੀ ਹੈਗੇ ਹੋ? ਤੇ ਮੇਰਾ ਸਕੂਲਾਂ 'ਚ ਲੈਕਚਰ ਚੱਲਦੇ ਸੀ, ਮੈਂ ਪੰਜਾਬ ਨੂੰ ਪਿਆਰ ਕਰਦਾ, ਤੇ ਮੈਂ ਕਿਹਾ ਜੀ ਮੈਂ ਫ੍ਰੀ ਨਹੀਂ ਹਾਂ। ਤੇ ਉਹਨਾਂ ਨੇ ਮੈਨੂੰ ਫਿਰ, ਬੜੀ ਅੱਛੀ ਪਰਸਨੈਲਿਟੀ ਸੀ ਤੇ ਮੇਰੀ ਇਹ ਗਲਤੀ ਸੀ ਉਸ ਵੇਲੇ, ਤੇ ਮੈਨੂੰ ਕਹਿੰਦੇ ਤੁਹਾਡਾ ਪੰਜਾਬ 'ਚ ਹੀ ਲੈਕਚਰ ਕਰਾਉਣਾ। ਓਕੇ, ਮੈਂ ਕਿਹਾ ਸਰ ਮੈਂ ਜ਼ਰੂਰ ਆਵਾਂਗਾ। ਮੈਨੂੰ ਨੇ ਉਹਨਾਂ ਨੇ ਆਪਣੀ ਪਹਿਚਾਣ ਦੱਸੀ, ਤਾਂ ਮੋਗੇ ISF ਕਾਲਜ ਦੇ ਵਿੱਚ ਮੇਰਾ ਲੈਕਚਰ ਹੋਇਆ, ISF ਕਾਲਜ ਆਫ ਫਾਰਮੇਸੀ ਦੇ ਵਿੱਚ। ਤੇ ਮੇਰੇ ਕੋਲੇ ਲਗਭਗ ਉਸ ਵੇਲੇ ਤੱਕ ਮੇਰੇ ਕੋਲੇ 300 ਮਾਡਲ ਬਣ ਚੁੱਕੇ ਸੀ, ਜਿਨ੍ਹਾਂ ਦੀ ਗਿਣਤੀ ਅੱਜ 500 ਤੋਂ ਟੱਪ ਗਈ ਹੈ। ਤੇ ਹੁਣ ਮੇਰੇ ਕੋਲੇ 6th ਕਲਾਸ ਤੋਂ ਲੈ ਕੇ 12th ਕਲਾਸ ਤੱਕ ਮਾਡਲ, ਮੇਰੇ ਕੋਲ ਸਾਰੇ ਮਾਡਲ ਨੇ। ਅਗਰ ਅਸੀਂ ਕਿਤਾਬਾਂ ਸਾਈਟ ਤੇ ਰੱਖ ਦਿਆ ਤਾਂ ਇਕੱਲੇ ਮਾਡਲ ਦੇ ਨਾਲ ਅਸੀਂ ਫਿਜ਼ਿਕਸ ਸਬਜੈਕਟ ਹੈ ਜੋ ਉਹ ਪੜ੍ਹਾ ਸਕਦੇ ਹਾਂ। ਕੀ ਬਾਤ ਹੈ, ਬਹੁਤ ਬੜੀ ਉਪਲਬਧੀ ਹੈ ਜੀ। ਤੇ ਉਹਨਾਂ ਨੇ ਉਦੋਂ ਫਿਰ ਸੀਕ੍ਰੇਟਲੀ ਮੇਰੇ ਲੈਕਚਰ ਨੇ ਜਿਹੜੇ ਦੇਖੇ ਤੇ ਕੰਟੀਨਿਊ ਵੀਡੀਓ ਬਣਾਈ। ਉੱਥੇ ਵੀ ਫਿਰ ਮੈਨੂੰ ਇਹੀ ਕਿਹਾ ਵੀ ਤੁਸੀਂ ਇੱਕ ਅਵਾਰਡ ਮਿਲਦਾ, ਨੈਸ਼ਨਲ ਅਵਾਰਡ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ ਟੂ ਪਪੂਲਰਾਈਜ਼ ਸਾਇੰਸ ਅਮੰਗ ਚਿਲਡਰਨ। ਤੁਸੀਂ ਸਾਇੰਸ ਨੂੰ ਪਪੂਲਰਾਈਜ਼ ਕਰ ਰਹੇ ਹੋ ਤੇ ਕੁਝ ਲੈ ਰਹੇ ਨੇ। ਤੇ ਉੱਥੇ ਵੀ ਇਹੀ ਗੱਲ ਹੋਈ ਵੀ ਸਰ ਮੈਂ ਸੋਚ ਰਿਹਾ ਵੀ ਹਜੇ ਮੈਂ ਉਸ ਮੁਕਾਮ ਤੇ ਨਹੀਂ ਪਹੁੰਚਿਆ, ਪਰ ਉਹਨਾਂ ਨੇ ਮੇਰੀ ਫਾਈਲ ਮੰਗਵਾਈ। 28 ਫਰਵਰੀ ਨੂੰ ਨੈਸ਼ਨਲ ਸਾਇੰਸ ਡੇ ਦੇ ਮੌਕੇ ਫਿਰ ਉਹਨਾਂ ਨੇ ਅਵਾਰਡ ਦੇਣੇ ਸੀ। ਬਾਈ ਚਾਂਸ 2 ਮਾਰਚ 71 ਨੂੰ ਮੇਰਾ ਬਰਥ ਹੋਇਆ, ਤੇ ਫਿਰ ਉਹ ਅਵਾਰਡ ਜਿਹੜੇ ਮੈਨੂੰ 2 ਮਾਰਚ
2015 ਦੇ ਵਿੱਚ ਅੱਛਾ, ਨੈਸ਼ਨਲ ਅਵਾਰਡ ਮੈਨੂੰ ਮਿਲਿਆ ਬਰਥਡੇ ਗਿਫਟ ਦੇ ਤੌਰ ਤੇ ਮਿਲ ਗਿਆ ਮਤਲਬ। ਜੀ। ਤੇ ਉਸ ਅਵਾਰਡ ਮਿਲਣ ਤੋਂ ਬਾਅਦ ਜਿਹੜੇ ਮਿਨਿਸਟਰ ਆਫ ਸਾਇੰਸ ਐਂਡ ਟੈਕਨੋਲੋਜੀ ਸੈਂਟਰ ਗਵਰਨਮੈਂਟ ਆਫ ਇੰਡੀਆ ਵੱਲੋਂ ਤੇ ਚੀਫ ਸਾਇੰਟਿਸਟ ਗਵਰਨਮੈਂਟ ਆਫ ਇੰਡੀਆ ਦੇ ਜੀ, ਤੇ ਅੱਛੀਆਂ ਪਰਸਨੈਲਿਟੀਜ਼ ਜਿੱਦਾਂ ਆਪਣੇ UGC ਤੋਂ ਆ ਗਈਆਂ ਹੁਣ, ਜੀ, ਜੀ, ਜੀ। ਠੀਕ ਹੈ ਨਾ, ਪ੍ਰਸਾਰ ਭਾਰਤੀ ਵੱਲੋਂ, ਵਿਗਿਆਨ ਪ੍ਰਸਾਰ ਭਾਰਤੀ ਵੱਲੋਂ, ਐਸੋਸੀਏਸ਼ਨ ਆਫ ਫਿਜ਼ਿਕਸ ਟੀਚਰਸ, ਇੰਡੀਅਨ ਫਿਜ਼ਿਕਸ ਟੀਚਰਸ, ਤੇ ਉਸ ਤੋਂ ਬਾਅਦ ਉਹਨਾਂ ਪਰਸਨੈਲਿਟੀਜ਼ ਨੂੰ ਮਿਲਣ ਦਾ ਉੱਥੇ ਮੌਕਾ ਮਿਲਿਆ ਤੇ ਕਾਫੀ ਟੀਵੀ ਚੈਨਲਸ ਨੇ ਇੰਟਰਵਿਊ ਲਈ। ਜੀ ਜੀ। ਤੇ ਉਸ ਤੋਂ ਬਾਅਦ ਅਸੀਂ ਜਦੋਂ ਚਾਹ ਦਾ ਕੱਪ ਸਾਂਝਾ ਕੀਤਾ ਮਿਨਿਸਟਰ ਆਫ ਸਾਇੰਸ ਐਂਡ ਟੈਕਨੋਲੋਜੀ ਦੇ ਨਾਲ, ਤਾਂ ਮੈਂ ਉਹ ਸਾਰਿਆਂ ਦੇ ਜਿਹੜੇ ਅਵਾਰਡੀ ਸੀਗੇ, 5 ਫੀਲਡ ਹੀ ਹੁੰਦੇ ਨੇ, ਜ਼ਿਆਦਾ ਨਹੀਂ ਹੁੰਦੇ, ਤੇ ਬੜੀ ਉਹਨਾਂ ਦੀ ਨੇੜੇ ਨਾਲ ਮੇਰਾ ਸੰਪਰਕ ਹੋਇਆ, ਨੇੜੇ ਦਾ। ਤੇ ਉਹਨਾਂ ਨੂੰ ਮੈਂ ਦੱਸਿਆ ਵੀ ਕੀ ਹੋਣਾ ਚਾਹੀਦਾ ਸਾਇੰਸ ਬੱਚਿਆਂ ਨੂੰ ਪੜ੍ਹਾਉਣ ਦੇ ਲਈ। ਜਿਹੜਾ ਇੰਡੀਆ ਹੈ, ਸਾਡਾ ਭਾਰਤ ਦੇਸ਼ ਹੈ, ਇਹ ਹੁਣ ਵਿਗਿਆਨੀ ਨਹੀਂ ਪੈਦਾ ਕਰ ਸਕਦਾ ਜੀ। ਜਦੋਂ ਕਿ ਅਸੀਂ ਵੇਖੀਏ ਵੀ ਨੋਬਲ ਪ੍ਰਾਈਜ਼ ਇੱਕ ਤਾਂ ਰਿਕੋਗਨੀਸ਼ਨ ਹੋ ਜਾਂਦੀ ਹੈ, ਮਿਲ ਜਾਂਦਾ ਜੀ ਜੀ, ਬਟ ਨੋਬਲ ਪ੍ਰਾਈਜ਼ ਲੈਣ ਵਾਲੇ ਸਾਡੇ ਭਾਰਤ ਦੇ ਵਿੱਚ ਵਿਗਿਆਨੀ ਪੁਰਾਣੇ ਸਮੇਂ ਵਿੱਚ ਰਹਿ ਗਏ ਤੇ ਅੱਜ ਕੱਲ ਨਹੀਂ ਕੋਈ ਲੈ ਰਿਹਾ। ਜੀ ਜੀ। ਤੇ ਬੱਚੇ ਨੇ ਜਿਹੜੇ ਉਹ ਸਾਇੰਸ ਨੂੰ ਕਿੱਦਾਂ ਲੈਂਦੇ ਨੇ, ਸਾਇੰਸ ਨੂੰ ਉਹ ਮਤਲਬ ਇਦਾਂ ਲੈਂਦੇ ਨੇ ਵੀ ਕੋਈ ਜੌਬ ਮਿਲ ਜੂ, ਸਾਇੰਸ ਮਾਸਟਰ ਲੱਗ ਜਾਾਂਗੇ ਜਾਂ ਡਾਕਟਰ ਬਣ ਜਾਾਂਗੇ ਜਾਂ ਇੰਜੀਨੀਅਰ ਬਣ ਜਾਾਂਗੇ, ਟੂ ਸਰਵ ਦਾ ਸੋਸਾਇਟੀ। ਜੀ ਜੀ ਜੀ। ਇਦਾਂ ਦਾ ਕੁਝ ਨਹੀਂ ਹੋ ਰਿਹਾ ਹੈ। ਤਾਂ ਮੈਂ ਮਿਨਿਸਟਰ ਜੀ ਨਾਲ ਗੱਲਾਂ ਸਾਂਝਾ ਕੀਤੀਆਂ ਵੀ ਜਿਹੜਾ ਵੇ ਆਫ ਟੀਚਿੰਗ ਸਾਇੰਸ ਹੈ ਇੰਡੀਆ ਦੇ ਵਿੱਚ, ਇਹ ਠੀਕ ਨਹੀਂ ਹੈ ਜੀ। ਤਾਂ ਬੱਚਿਆਂ ਨੂੰ ਐਕਸਪੈਰੀਮੈਂਟ ਕਰਕੇ ਹੀ ਪੜਾਉਣਾ ਚਾਹੀਦਾ। ਅੱਜ ਵੀ ਮੈਂ ਐਜ ਏ ਫਿਜ਼ਿਕਸ ਲੈਕਚਰਰ ਹਾਂ, ਤੇ ਹਰ ਰੋਜ਼ ਨਹੀਂ ਤਾਂ ਹਫਤੇ ਦੇ ਵਿੱਚ 2-3 ਦਿਨ ਮੈਂ ਕੁਝ ਨਾ ਕੁਝ ਸਾਇੰਸ ਦਾ ਬੱਚਿਆਂ ਨੂੰ ਪਹਿਲਾਂ ਦਿਖਾਉਣਾ ਵੀ ਜੋ ਅਸੀਂ ਪੜ੍ਹ ਰਹੇ ਹਾਂ ਉਹ ਇਹ ਗੱਲ ਕਰੇਗਾ। ਜੀ ਜੀ ਜੀ। ਤਾਂ ਉਹਨਾਂ ਨੇ ਜੋ ਹੈ ਮੈਨੂੰ ਹੈਪੀ ਬਰਥਡੇ ਵੀ ਕਿਹਾ ਉਸ ਦਿਨ, ਤੇ ਮੈਨੂੰ ਕਾਂਗਰੈਟਸ ਵੀ ਕਿਹਾ, ਤੇ ਮੈਨੂੰ ਇਹ ਵੀ ਕਿਹਾ ਵੀ ਜਿਹੜੇ ਤੁਹਾਡੇ ਵਿਚਾਰ ਹਨ ਬੜੇ ਅੱਛੇ ਹਨ। ਤਾਂ ਮੇਰੇ ਲਈ ਇਹ ਇੱਕ ਏਦਾਂ ਕਹ ਲਓ ਵੀ ਮੋਟੀਵੇਸ਼ਨਲ ਵਰਡ ਸੀ। ਜੀ ਜੀ। ਇੱਕ ਤਾਂ ਹੁੰਦਾ ਵੀ ਤਾਰੀਫ ਕਰਾ ਲੈਣੀ, ਬੈਠ ਜਾਣਾ, ਤੇ ਉਦਾਂ ਦੀ ਕੁਦਰਤ ਵਾਲੇ ਨੇ ਮੈਨੂੰ ਨਹੀਂ ਪਰਸਨੈਲਿਟੀ ਦਿੱਤੀ ਜੀ। ਤੇ ਇੱਕ ਤਰ੍ਹਾਂ ਦਾ ਮੈਂ ਇਹਨਾਂ ਨੂੰ ਚੈਲੰਜ ਦੇ ਤੌਰ ਤੇ ਲਿਆ ਵੀ ਇੰਡੀਆ ਗਵਰਨਮੈਂਟ ਸਾਡੀ ਮੇਨ ਹੈ, ਤੇ ਉਹਨਾਂ ਨੇ ਮੈਨੂੰ ਇੱਕ ਕੰਮ ਸੌਂਪਿਆ, ਉਹ ਕਹਿੰਦੇ ਤੁਸੀਂ ਇਹ ਕੰਮ ਕਰੋ ਜੀ। ਤੇ ਉਹ ਮੈਂ ਹੁਣ ਤੱਕ ਕਰ ਰਿਹਾ। ਤੇ ਉਸ ਤੋਂ ਬਾਅਦ ਫਿਰ ਮੈਂ ਨੈਸ਼ਨਲ ਰਿਸੋਰਸ ਪਰਸਨ ਦੇ ਤੌਰ ਤੇ ਮੇਰੀ ਰਿਕੋਗਨੀਸ਼ਨ ਹੋਈ ਜਦੋਂ ਮੈਨੂੰ ਨੈਸ਼ਨਲ ਅਵਾਰਡ ਮਿਲਿਆ 2015 ਦੇ ਵਿੱਚ। ਉਸ ਤੋਂ ਬਾਅਦ ਫਿਰ ਮੈਨੂੰ ਯੂਨੀਵਰਸਿਟੀ ਵੱਲੋਂ ਮੈਨੂੰ ਕਾਲ ਆਉਣ ਲੱਗ ਗਈਆਂ ਵੀ ਸਾਡੇ ਤੁਸੀਂ ਬੱਚਿਆਂ ਨਾਲ ਆ ਕੇ ਇੰਟਰੈਕਸ਼ਨ ਕਰੋ, ਕਿਵੇਂ ਵਿਗਿਆਨੀ ਬਣਨਾ। ਮੇਰੇ ਲੈਕਚਰ ਦਾ ਜੋ ਮੁੱਦਾ ਹੁੰਦਾ ਸੀ, ਮੇਨ ਮੇਰਾ ਜਿਹੜਾ ਹੁੰਦਾ ਸੀਗਾ ਟੌਪਿਕ ਹੁੰਦਾ ਸੀ ਵੀ ਅਸੀਂ ਵਿਗਿਆਨੀ ਕਿਵੇਂ ਬਣ ਸਕਦੇ ਹਾਂ, ਅਸੀਂ ਸੋਚ ਨੂੰ ਕਿਵੇਂ ਡਿਵੈਲਪ ਕਰ ਸਕਦੇ ਹਾਂ। ਵਿਗਿਆਨੀ ਬਣਨ ਦੇ ਲਈ ਬਹੁਤ ਵੱਡੀਆਂ ਲੈਬਾਂ 'ਚ ਨਹੀਂ ਜਾਣ ਦੀ ਜ਼ਰੂਰਤ। ਭਾਵੇਂ ਸਾਡੇ ਗੁਰੂ ਜੀ HC ਵਰਮਾ ਜੀ ਨੇ IIT ਕਾਨਪੁਰ ਦੀ ਲੈਬ ਦੇ ਵਿੱਚ ਸਾਨੂੰ ਪੂਰਾ ਮੌਕਾ ਦਿੱਤਾ। ਅੱਜ ਕੱਲ੍ਹ ਉਹ ਰਿਟਾਇਰ ਹੋ ਗਏ, ਉਹਨਾਂ ਨੂੰ ਪਦਮ ਸ਼੍ਰੀ ਵੀ ਮਿਲਿਆ, ਤੇ ਉਹਨਾਂ ਨੂੰ ਮੈਂ ਹਰ ਇੰਟਰਵਿਊ ਦੇ ਵਿੱਚ ਨਮਨ ਕਰਦਾ ਕਿਉਂਕਿ ਉਹਨਾਂ ਨੇ ਮੇਰੀ ਪਰਸਨੈਲਿਟੀ ਨੂੰ ਨਿਖਾਰਿਆ। ਜੀ ਜੀ, ਬਿਲਕੁਲ। ਤਾਂ ਮੈਨੂੰ ਜਦੋਂ ਯੂਨੀਵਰਸਿਟੀ ਵਿੱਚ ਲੈਕਚਰ ਮਿਲਣ ਲੱਗ ਗਏ, ਤਾਂ ਕਿਉਂਕਿ ਮੈਂ ਇੱਕ ਚੈਲੰਜ ਲੈ ਚੁੱਕਿਆ ਸੀ ਵੀ ਬਿਨਾਂ ਕਿਤਾਬਾਂ ਤੋਂ ਸਾਇੰਸ ਪੜ੍ਹਾਉਣੀ ਆ, ਤਾਂ ਅਸੀਂ ਬੈਗਾਂ ਦੇ ਵਿੱਚ ਸਮਾਨ ਚੁੱਕਣਾ ਸੀ, ਤੇ ਅਸੀਂ ਚੁੱਕ ਕੇ ਯੂਨੀਵਰਸਿਟੀ ਦੇ ਵਿੱਚ ਜਾਣਾ। ਤੇ ਮੈਨੂੰ ਕਦੇ ਉਹਨਾਂ ਨੇ, ਜਿੱਦਾਂ ਇੱਕ ਹਾਸੇ ਵਾਲੀ ਗੱਲ ਆ ਵੀ ਜਿਹੜੇ ਬੰਦੇ ਦੇ ਪੱਗ ਬੰਨੀ ਹੁੰਦੀ ਆ, ਉਹ ਮਤਲਬ ਦਿਮਾਗ ਦੇ ਵਿੱਚ ਦੂਸਰੀਆਂ ਸਟੇਟਸ ਵਿੱਚ ਆਇਆ ਜਾਂਦਾ ਵੀ ਇਹ ਸ਼ਾਇਦ ਭੰਗੜਾ ਪਾਉਣ ਵਾਲੀ ਨੇ, ਤੇ ਢੋਲ ਦੀ ਧਮਕ ਦੇ ਨੱਚਣ ਵਾਲੀ ਨੇ। ਤਾਂ ਮੈਂ ਮਾਣ ਮਹਿਸੂਸ ਕਰਦਾ, ਮੈਂ ਪੰਜਾਬ ਦੀ ਪਹਿਚਾਣ ਬਣਾਈ ਕਿ ਅਸੀਂ ਸਿਰਫ ਭੰਗੜਾ ਹੀ ਨਹੀਂ ਪਾ ਸਕਦੇ, ਅਸੀਂ ਨੈਸ਼ਨਲ ਲੈਵਲ ਤੇ ਸਾਇੰਸ ਤੇ ਅਸੀਂ ਬੋਲ ਵੀ ਸਕਦੇ ਹਾਂ ਤੇ ਬੱਚਿਆਂ ਨੂੰ ਦੱਸ ਵੀ ਸਕਦੇ ਹਾਂ ਵੀ ਅਸੀਂ ਵਿਗਿਆਨੀ ਕਿਵੇਂ ਬਣਨਾ। ਵੈਰੀ ਗੁੱਡ। ਹਾਂਜੀ। ਤੇ ਮੈਨੂੰ ਟਾਈਮ ਅਖੀਰ ਦਾ ਦੇਣਾ, ਜੇ ਮੈਨੂੰ ਕੋਈ ਸੱਭਿਆਚਾਰਕ ਮੇਲਾ ਚੱਲਦਾ ਹੁੰਦਾ, ਹਾਂਜੀ, ਉਹ ਕਈ ਵਾਰ ਸਿੰਗਰ ਨੂੰ ਕਹੀ ਜਾਂਦੇ ਨੇ ਤੂੰ ਖੜ ਜਾ, ਹਜੇ ਖੜ ਜਾ, ਤੇਰਾ ਗਾਣਾ ਗਵਾਉਣਿਆ, ਤਾਂ ਮੈਨੂੰ ਵੀ ਕਦੇ ਏਦਾਂ ਵੀ ਸਪੇਸ ਕਰਨਾ ਪਿਆ ਕਿਉਂਕਿ ਯੂਨੀਵਰਸਿਟੀ 'ਚ ਜਿਹੜੇ ਪ੍ਰੋਫੈਸਰ ਹੁੰਦੇ ਨੇ ਉਹ ਜ਼ਿਆਦਾ ਪੜ੍ਹੇ ਲਿਖੇ ਹੁੰਦੇ ਨੇ। ਮੈਂ ਸਾਇੰਸ ਮਾਸਟਰ ਸੀ, ਲੈਕਚਰਰ ਤਾਂ ਮੈਂ ਬਣਿਆ 2016 ਦੇ ਵਿੱਚ, ਤੇ ਮੇਰੀ 2017 'ਚ ਨਿਯੁਕਤੀ ਹੋਈ। ਤੇ ਉਹ ਫਿਰ ਪਰ ਏਦਾਂ ਦਾ ਵਾਕਿਆ ਮੇਰੀ ਜ਼ਿੰਦਗੀ 'ਚ ਇੱਕ ਵਾਰ ਹੋਇਆ, ਮੈਂ ਸਾਂਝਾ ਕਰਾਂ ਥੋੜਾ ਜਿਹਾ। ਤੇ ਮਾਤਾ ਵੈਸ਼ਨੋ ਦੇਵੀ ਯੂਨੀਵਰਸਿਟੀ ਕਟੜਾ ਮੇਰਾ ਲੈਕਚਰ ਸੀ। ਉੱਥੇ ਵਾਈਸ ਚਾਂਸਲਰ ਸੀ ਜੋ ਉਹ ਕਿਸੇ ਦੂਸਰੀ ਸਟੇਟ ਦੇ ਵਿੱਚ ਉਹ ਕਿਸੇ ਮਤਲਬ ਫੰਕਸ਼ਨ ਤੇ ਗਏ ਹੋਏ ਸੀ, ਤੇ ਉਹਨਾਂ ਨੇ ਯੂਨੀਵਰਸਿਟੀ ਰਾਤ ਨੂੰ ਲੇਟ ਪਹੁੰਚਣਾ ਸੀ। ਤੇ ਮੈਨੂੰ ਲਾਸਟ ਟਾਈਮ ਮਿਲਿਆ ਘੰਟੇ ਕੁ ਦਾ ਮਸਾਂ ਵੀ ਤੁਸੀਂ ਛੇਤੀ ਕਹਿੰਦੇ ਜੀ ਮੁਕਾ ਦਿਓ। 5 ਵਜੇ ਮੈਂ ਆਪਣਾ ਲੈਕਚਰ ਸ਼ੁਰੂ ਕੀਤਾ। ਉੱਥੇ ਆਡੀਟੋਰੀਅਮ ਬਹੁਤ ਵੱਡਾ ਸੀ, ਤੇ ਉਹਨਾਂ ਨੇ ਪੂਰੇ ਨਾਰਥ ਇੰਡੀਆ ਦੇ ਸਟੂਡੈਂਟ ਵੀ ਕਿਹੜੇ ਹੁੰਦੇ ਆ ਜੀ, ਜਿਹੜੇ ਹਰ ਇੱਕ ਸਕੂਲ ਦੇ ਇੰਟੈਲੀਜੈਂਟ ਹੁੰਦੇ ਨੇ। ਜੀ। ਤਾਂ ਉਹਨਾਂ ਨੇ ਮੈਨੂੰ ਦਿੱਤਾ ਘੰਟਾ ਕੁ, ਪਰ ਮੇਰਾ ਲੈਕਚਰ 2.5 ਘੰਟੇ ਚੱਲਿਆ ਜੀ। ਇੰਨੀ ਜ਼ਿਆਦਾ ਇੰਟਰੈਕਸ਼ਨ ਹੋਈ,
ਤੇ ਮਚ ਟੂ ਸਰਪ੍ਰਾਈਜ਼ ਵੀ ਯੂਨੀਵਰਸਿਟੀ ਦੇ ਕੁਝ ਟੀਚਰਸ ਨੇ ਤੇ ਮੈਂ ਉਹਨੂੰ ਕਹਿਣਾ ਨਹੀਂ ਚਾਹੀਦਾ, ਕਾਫੀ ਟਫ ਕੁਐਸਚਨ ਪੁੱਛੇ। ਅੱਛਾ। ਤੇ ਮੈਂ ਮਤਲਬ ਸਾਰਿਆਂ ਨੂੰ ਬੜੇ ਸਹੀ ਤਰੀਕੇ ਨਾਲ ਸਾਰਿਆਂ ਨੂੰ ਸੈਟੀਸਫਾਈ ਕੀਤਾ ਥਰੂ ਮਾਡਲਸ। ਜੀ ਜੀ। ਤੇ ਮੈਨੂੰ ਯੂਨੀਵਰਸਿਟੀ ਵਾਲੇ ਦੱਸਦੇ ਸੀ ਵੀ ਇਹ ਪਹਿਲਾ ਵਾਕਿਆ ਸੀਗਾ। ਉਸ ਤੋਂ ਬਾਅਦ ਸ਼ਾਮ ਨੂੰ ਜੋ ਵਾਈਸ ਚਾਂਸਲਰ ਸੀ ਸਰ ਉੱਥੋਂ ਦੇ, ਉਹ ਗੈਸਟ ਹਾਊਸ ਦੇ ਵਿੱਚ ਮੇਰੇ ਗੈਸਟ ਹਾਊਸ ਦੇ ਵਿੱਚ ਆਪ ਆਏ ਖੁਦ, ਕਿਉਂਕਿ ਉਹ ਆਨਲਾਈਨ ਦੇਖ ਰਹੇ ਸੀ ਜੀ। ਤਾਂ ਮੇਰੇ ਲਈ ਇਹ ਮਾਣ ਦੀ ਗੱਲ ਵੀ ਸੀ, ਪੰਜਾਬ ਦੇ ਲਈ ਵੀ ਸੀ ਮਾਣ ਦੀ ਗੱਲ। ਉਹ ਵਾਈਸ ਚਾਂਸਲਰ ਜੀ ਉਹ ਸਿੱਧਾ ਉਹਨਾਂ ਨੇ ਬਾਈ ਏਅਰ ਆਉਣਾ ਸੀਗਾ, ਉਹਨਾਂ ਦਾ ਹੈਲੀਕਾਪਟਰ ਉੱਥੇ ਉਤਰਿਆ ਤੇ ਉੱਥੋਂ ਉਤਰ ਕੇ ਸਿੱਧਾ ਗੈਸਟ ਰੂਮ ਦੇ ਵਿੱਚ ਮੈਨੂੰ ਇਨਫੋਰਮ ਹੋਇਆ ਵੀ ਉੱਥੇ ਆਉਣਾ ਤੁਹਾਡੇ ਕੋਲ। ਮੈਂ ਕਿਹਾ ਜੀ ਮੈਂ ਜਾਊਂਗਾ ਤੇ ਅੱਛੀ ਪਰਸਨੈਲਿਟੀ ਨੇ ਸਰ, ਇੰਨੇ ਪੜ੍ਹੇ ਲਿਖੇ ਨੇ, ਮੈਂ ਤਾਂ ਸਾਇੰਸ ਮਾਸਟਰ ਹਾਂ ਉਸ ਵੇਲੇ ਦੀ ਗੱਲ ਹੈ। ਤਾਂ ਉੱਥੇ ਮੈਨੂੰ ਮਿਲਣਾ ਹੈ ਤੇ ਉਹਨਾਂ ਨੇ ਮੇਰੇ ਪ੍ਰੋਜੈਕਟ ਬੈਠ ਕੇ ਦੇਖੇ ਬਿਲਕੁਲ ਸਿੰਪਲ ਵੇ ਨਾਲ ਤੇ ਮੈਨੂੰ ਐਪਰੀਸ਼ੀਏਟ ਕੀਤਾ। ਇਹ ਮੇਰੀ ਜ਼ਿੰਦਗੀ ਦੀ ਬੜੀ ਅੱਛੀ ਘਟਨਾ। ਜੀ ਜੀ। ਉਸ ਤੋਂ ਬਾਅਦ ਮੈਂ ਇੰਟਰਨੈਸ਼ਨਲ ਰਿਸੋਰਸ ਪਰਸਨ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਦਾ ਫਿਰ। ਹਾਂਜੀ ਅਗਲਾ ਹਾਂਜੀ ਹਾਂ ਬਿਲਕੁਲ। ਇੰਟਰਨੈਸ਼ਨਲ ਰਿਸੋਰਸ ਪਰਸਨ ਮਤਲਬ ਆਨਲਾਈਨ ਤੁਸੀਂ ਜਦੋਂ ਸੀ ਇੰਟਰਨੈਸ਼ਨਲ? ਜੀ ਸਰ ਨਹੀਂ, ਤੇ ਕੁਝ ਪ੍ਰੋਗਰਾਮ ਇਸ ਤਰ੍ਹਾਂ ਦੇ ਹੁੰਦੇ ਨੇ ਜੀ, ਇਹ ਕਰਾਉਂਦੀਆਂ ਹਨ ਐਨਜੀਓਜ਼। ਓਕੇ। ਹਾਂਜੀ। ਤੇ ਇਸ ਤਰ੍ਹਾਂ ਮਤਲਬ ਇੱਕ ਪ੍ਰੋਗਰਾਮ ਹੋਇਆ ਐਮਟੀ ਯੂਨੀਵਰਸਿਟੀ ਗੁੜਗਾਉਂ ਜੀ। ਤਾਂ ਐਮਟੀ ਯੂਨੀਵਰਸਿਟੀ ਦੇ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਸਟੂਡੈਂਟ ਆਏ ਹੋਏ ਸੀ 200। ਜੀ ਜੀ। ਤੇ ਉੱਥੇ ਉਹਨਾਂ ਨੇ ਮੇਰਾ ਉਹਨਾਂ ਸਟੂਡੈਂਟਸ ਨਾਲ ਲੈਕਚਰ ਜਿਹੜਾ ਹੈਗਾ ਉਹ ਸਾਂਝਾ ਕਰਵਾਇਆ। ਤੇ ਉੱਥੇ ਵੀ ਇਦਾਂ ਦਾ ਹੋਇਆ ਵੀ ਲੈਕਚਰ ਲਈ ਮੈਨੂੰ ਟਾਈਮ ਪਹਿਲਾਂ ਥੋੜਾ ਹੁੰਦਾ, ਪਰ ਇੰਟਰੈਕਸ਼ਨ ਕਰਦੇ ਕਰਦੇ ਮੇਰਾ ਹਰ ਲੈਕਚਰ 2 ਘੰਟੇ ਤੋਂ ਲੈ ਕੇ 3.5 ਘੰਟੇ ਤੱਕ ਦਾ ਰਿਕਾਰਡ ਹੈ ਜੀ। ਵੀ 3.5 ਘੰਟੇ ਬੱਚੇ ਵੀ ਪਿਨ ਡ੍ਰੌਪ ਸਾਇਲੈਂਸ ਜਾਂ ਫਿਰ ਇੰਟਰੈਕਸ਼ਨ ਕਰਨੀ ਬਹੁਤ ਬੜੀ ਗੱਲ ਬਾਰੇ ਦੇ ਵਿੱਚ। ਤੇ ਇਦਾਂ ਦਾ ਮੇਰਾ ਜਿਹੜਾ ਹੈਗਾ ਲਾਈਫ ਦਾ ਰਿਹਾ। ਤੇ ਹੁਣ ਵੀ ਮੇਰੇ ਕਾਫੀ ਵੱਡੇ ਸੁਪਨੇ ਹੈਗੇ ਨੇ। ਜੀ ਜੀ। ਤੇ ਉਹ ਮੈਂ ਤੁਹਾਡੇ ਨਾਲ ਜੀ 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 ਉਹ ਸੁਪਨੇ ਏਦਾਂ ਸਰ ਵੀ ਜਿੱਦਾਂ ਮੈਂ ਚਾਹਣਾ ਵੀ ਮੇਰਾ ਜੋ ਸ਼ਹਿਰ ਹੈ ਮਲੇਰਕੋਟਲਾ ਸ਼ਹਿਰ, ਇਹਨੂੰ ਅਸੀਂ ਬਾਹਲਾ ਡਿਵੈਲਪ ਤਾਂ ਚਲੋ ਕਹਿ ਸਕਦੇ ਹਾਂ, ਡਿਵੈਲਪਿੰਗ ਸ਼ਹਿਰ ਹੈਗਾ, ਪਰ ਇੱਥੇ ਬਹੁਤ ਜ਼ਿਆਦਾ ਰਿਚ ਲੋਕ ਨਹੀਂ ਰਹਿੰਦੇ ਹੈ। ਜੀ ਜੀ। ਤੇ ਮੇਰੇ ਸੰਪਰਕ ਦੇ ਵਿੱਚ ਬਹੁਤ ਜ਼ਿਆਦਾ ਸਟੂਡੈਂਟ ਆ ਜਾਂਦੇ ਨੇ, ਕਿਉਂਕਿ ਘਰ ਮੈਂ ਫਿਜ਼ਿਕਸ ਲੈਬ ਬਣਾਈ ਹੋਈ ਆ। ਅੱਛਾ ਜੀ। ਮੈਂ ਮਾਡਲ ਰੱਖਦਾ ਤੇ ਮੇਰੇ ਕੋਲ ਸਟੂਡੈਂਟ ਆ ਜਾਂਦੇ ਹਨ ਤੇ ਉਹਨਾਂ ਸਟੂਡੈਂਟ ਨਾਲ ਮੈਂ ਪ੍ਰੈਕਟੀਕਲ ਸਾਂਝੇ ਕਰਦਾ। ਤੇ ਹੁਣ ਵੀ ਮੈਂ ਤੇ ਐਜ ਏ ਡਿਸਟ੍ਰਿਕਟ ਕਾਉਂਸਲਰ ਮੈਂ ਆਪਣੇ ਸਟੂਡੈਂਟਸ ਤੋਂ ਵੀ ਕੰਮ ਸ਼ੁਰੂ ਕਰਵਾਉਂਦਾ ਰਹਿਣਾ। ਤੇ ਮੈਂ ਹੁਣ ਕੰਮ ਸ਼ੁਰੂ ਕਰਵਾਇਆ ਹੈ ਜਗਦੀਸ਼ ਸਿੰਘ ਤੇ ਨਵਜੋਤ ਸਿੰਘ ਤੋਂ, ਜਗਦੀਸ਼ ਸਿੰਘ, ਨਵਜੋਤ ਸਿੰਘ ਅਤੇ ਸੁਖਵੀਰ ਸਿੰਘ ਤੋਂ। ਓਕੇ। ਇੱਥੇ ਇੱਕ ਮੈਂ ਸੋਚਿਆ ਵੀ ਜਿਵੇਂ ਬੱਚੇ, ਮੈਂ ਨਾਂ ਨਹੀਂ ਲੈ ਸਕਦਾ, ਕੋਟਾ ਜਾਂਦੇ ਨੇ ਜਾਂ ਚੰਡੀਗੜ੍ਹ ਜਾਂਦੇ ਨੇ ਜਾਂ ਬੰਗਲੌਰ ਜਾਂਦੇ ਨੇ ਜਾਂ ਦਿੱਲੀ ਜਾਂਦੇ ਨੇ, ਲੱਖਾਂ ਰੁਪਇਆ ਖਰਚਦੇ ਨੇ, ਪਰ ਸਾਡੇ ਸ਼ਹਿਰ ਦੇ ਜੋ ਇੰਟੈਲੀਜੈਂਟ ਬੱਚੀਆਂ ਖਾਸ ਕਰਕੇ ਜਿਵੇਂ ਸ਼ਹਿਰਾਂ 'ਚ ਹੈ ਨਾ ਬੱਚਿਆਂ ਨੂੰ ਬਾਹਰ ਭੇਜਣਾ ਥੋੜਾ ਜਿਹਾ ਅਵੋਇਡ ਕਰਦੇ ਨੇ। ਤੇ ਇਸ ਲਈ ਮੇਰਾ ਇੱਕ ਤਾਂ ਇਹ ਸੁਪਨਾ ਹੈ ਵੀ ਮੈਨੂੰ ਅੱਛੇ ਟੀਚਰ ਜੋ ਰਿਟਾਇਰ ਹੋ ਗਏ ਸਾਇੰਸ ਦੇ ਵਿੱਚੋਂ, ਤਾਂ ਉਹਨਾਂ ਬੱਚਿਆਂ ਨੂੰ ਬਾਹਰ ਨਾ ਭੇਜਿਆ ਜਾਵੇ ਘੱਟ ਖਰਚੇ ਤੇ, ਇੱਥੇ ਹੀ ਉਹਨਾਂ ਨੂੰ ਪੜ੍ਹਾਇਆ ਜਾਵੇ। ਇੱਕ ਤਾਂ ਮੇਰਾ ਇਹ ਸੁਪਨਾ ਹੈ। ਜੀ ਜੀ। ਹਾਂਜੀ। ਤੇ ਦੂਸਰਾ ਮੈਂ ਸੋਚਦਾ ਵੀ ਪੰਜਾਬ ਦੇ ਬੱਚਿਆਂ ਨੂੰ ਮੈਂ ਸਪੇਸ ਸਾਇੰਟਿਸਟ ਬਣਾਵਾਂ। ਜੀ। ਇਹ ਸੁਪਨੇ ਨੇ ਤੇ ਉਹਦੇ ਤੇ ਮੈਂ ਹੁਣ ਵੀ ਐਜ ਏ ਸਪੇਸ ਸਾਇੰਟਿਸਟ ਕੰਮ ਕਰ ਰਿਹਾ ਤੇ ਉਹਦੇ ਤੇ ਰਿਕੋਗਨੀਸ਼ਨ ਵੀ ਬਣੀ ਹੈ। ਸਭ ਤੋਂ ਪਹਿਲਾਂ ਸਰ ਸੁਪਨਾ ਹੀ ਹੁੰਦਾ ਸਾਕਾਰ, ਉਸ ਤੋਂ ਬਾਅਦ ਹੁੰਦਾ ਜਦੋਂ ਆਪਾਂ ਸਟੈਪ ਲੈਂਦੇ ਆ। ਤੁਸੀਂ ਮਤਲਬ ਇੰਨਾ ਸਟਰਗਲ ਕੀਤਾ ਔਰ ਇੰਨਾ ਕੁਝ ਦੇਖਿਆ ਔਰ ਕਿੱਥੋਂ ਉੱਠੇ ਔਰ ਇਸ ਮੁਕਾਮ ਦੇ ਉੱਪਰ ਪਹੁੰਚੇ ਕਿ ਅੱਜ ਸਾਇੰਟਿਸਟ ਕਹਿੰਦੇ ਹੋਏ ਆਪਣੇ ਆਪ ਨੂੰ ਵੀ ਮਾਣ ਮਹਿਸੂਸ ਹੁੰਦਾ ਹੋਣਾ, ਔਰ ਮਲੇਰਕੋਟਲੇ ਨੂੰ ਤਾਂ ਮਾਣ ਹੈ ਹੀ ਹੈ ਤੁਹਾਡੇ ਤੇ। ਔਰ ਇਸ ਤੋਂ ਇਲਾਵਾ ਜੋ ਹੈ ਪ੍ਰੋਫੈਸ਼ਨਲੀ ਆਪਾਂ ਗੱਲ ਕਰੀਏ ਜਿੱਥੇ ਤੁਸੀਂ ਕੰਮ ਕਰਦੇ ਹੋ ਉਸ ਸਕੂਲ ਨੂੰ, ਤੁਹਾਡੇ ਸਟੂਡੈਂਟਸ ਨੂੰ, ਉਹਨਾਂ ਨੂੰ ਮਾਣ ਹੋਏਗਾ। ਔਰ ਸਰ ਗੱਲਾਂ ਹੋਰ ਬਹੁਤ ਨੇ ਜੀ ਜੀ, ਸਮਾਂ ਚਾਹੀਦਾ ਕਾਫੀ ਔਰ ਤੁਹਾਡੇ ਮਾਡਲ ਵੀ ਦੇਖਾਂਗੇ ਔਰ ਤੁਹਾਡੇ ਨਾਲ ਅੱਗੇ ਗੱਲ ਵੀ ਕਰਦੇ ਰਹਾਂਗੇ, ਅਲੱਗ-ਅਲੱਗ ਟੌਪਿਕਸ ਤੇ ਤੁਹਾਨੂੰ ਤਕਲੀਫ ਦਿੰਦੇ ਰਹਾਂਗੇ ਔਰ ਤੁਹਾਨੂੰ ਮਿਲਦੇ ਰਹਾਂਗੇ। ਸਮਾਂ ਦੇਣ ਵਾਸਤੇ ਬਹੁਤ-ਬਹੁਤ ਸ਼ੁਕਰੀਆ, ਧੰਨਵਾਦ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ ਸਰ। ਆਪਾਂ ਗੱਲ ਕਰ ਰਹੇ ਸੀ ਪ੍ਰੇਮ ਸਿੰਘ ਜੀ ਦੇ ਨਾਲ। ਜਿਸ ਤਰ੍ਹਾਂ ਮੈਂ ਕਿਹਾ ਕਿ ਜੈਮ ਆਫ ਮਲੇਰਕੋਟਲਾ, ਅਗਰ ਜੈਮ ਆਫ ਮਲੇਰਕੋਟਲਾ ਮੈਂ ਕਿਹਾ ਤਾਂ ਤੁਸੀਂ ਸ਼ਾਇਦ ਇਸ ਕਨਕਲੂਜਨ ਤੇ ਸਮਝ ਗਏ ਹੋਵੋਗੇ ਕਿ ਮੈਂ ਜੈਮ ਆਫ ਮਲੇਰਕੋਟਲਾ ਸ਼ੁਰੂਆਤ ਦੇ ਵਿੱਚ ਕਿਉਂ ਕਿਹਾ ਸੀਗਾ। ਇੱਕ ਨਗ ਹੁੰਦਾ, ਇੱਕ ਜੈਮ ਹੁੰਦਾ ਜਿਹਦੀ ਆਪਣੀ ਪਹਿਚਾਨ ਹੁੰਦੀ ਹੈ, ਇੱਕ ਪ੍ਰੋਮਿਨੈਂਟ ਚੀਜ਼ ਹੁੰਦੀ ਹੈ, ਉਹ ਪ੍ਰੋਮਿਨੈਂਟ ਪਰਸਨੈਲਿਟੀ ਪ੍ਰੇਮ ਸਿੰਘ ਜੀ ਨੇ। ਔਰ ਅੱਜ ਕਾਫੀ ਅੱਛਾ ਇੰਟਰੈਕਸ਼ਨ ਰਿਹਾ ਇਹਨਾਂ ਦੇ ਨਾਲ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਆਪਾਂ ਮਾਡਲ ਦੇਖਾਂਗੇ ਤੇ ਇਹਨਾਂ ਦੇ ਨਾਲ ਹੋਰ ਅਲੱਗ-ਅਲੱਗ ਟੌਪਿਕਸ ਦੇ ਉੱਪਰ ਆਪਾਂ ਗੱਲ ਕਰਦੇ ਰਹਾਂਗੇ। ਟਿਲ ਦੈਨ ਕੀਪ ਵਾਚਿੰਗ ਨੌਲੇਜ ਟੂਡੇ ਔਰ ਜੁੜੇ ਰਹੋ ਅੱਛੇ ਵੀਡੀਓਜ਼ ਲਈ। ਥੈਂਕ ਯੂ ਵੈਰੀ ਮਚ।